ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਤੀਜਾ। ਸਭ ਨਾਵੈ ਨੂੰ ਲੋਚਦੀ, ਜਿਸ ਕਿਰਪਾ ਕਰੇ ਸੋ ਪਾਏ। ਸਾਰੀ ਸ੍ਰਿਸ਼ਟੀ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਲੋਚਦੀ ਕਹੀਏ ਚਾਹੁੰਦੀ ਹੈ, ਪਰ ਜਿਸ ਉੱਤੇ ਮੇਰਾ ਵਾਹਿਗੁਰੂ ਕਿਰਪਾ ਮਿਹਰ ਕਰਦਾ ਹੈ, ਉਹ ਹੀ ਨਾਮ ਨੂੰ ਪਾਉਂਦਾ ਹੈ। ਬਿਨ ਨਾਵੈ ਸਭ ਦੁੱਖ ਹੈ, ਸੁਖ ਤਿਸ ਜਿਸ ਮਨ ਵਸਾਏ। ਨਾਮ ਤੋਂ ਬਗੈਰ ਸਭਨਾਂ ਨੂੰ ਦੁੱਖ ਕਸ਼ਟ ਹੀ ਹੁੰਦਾ ਹੈ। ਉਸ ਨੂੰ ਸੁੱਖ ਹੁੰਦਾ ਹੈ ਜਿਸ ਦੇ ਮਨ ਹਿਰਦੇ ਵਿੱਚ ਸਤਿਗੁਰੂ ਜੀ ਨੇ ਨਾਮ ਵਸਾ ਦਿੱਤਾ ਹੈ। ਤੂੰ ਬੇਅੰਤ ਦਇਆਲ ਹੈ, ਤੇਰੀ ਸਰਣਾਈ। ਹੇ ਪਰਮੇਸ਼ਰ, ਤੁਸੀਂ ਬੇਅੰਤ ਅੰਤ ਤੋਂ ਰਹਿਤ ਦਿਆਲ ਦਇਆ ਦੇ ਘਰ ਹੋ। ਇਸ ਕਰਕੇ ਮੈਂ ਤੇਰੀ ਕਹੀਏ ਤੁਹਾਡੀ ਸਰਣਾਈ ਓਟ ਲਈ ਹੈ। ਗੁਰ ਪੂਰੇ ਤੇ ਪਾਈਐ, ਨਾਮੇ ਵਡਿਆਈ ਰਹਾਉ। ਤੁਹਾਡੇ ਨਾਮ ਦੀ ਵਡਿਆਈ ਮਹਿਮਾ ਪੂਰਿਆਂ ਸਤਿਗੁਰਾਂ ਤੋਂ ਹੀ ਪਾਈ ਦੀ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਅੰਤਰ ਬਾਹਰ ਏਕ ਹੈ, ਬਹੁ ਬਿਧ ਸ੍ਰਿਸ਼ਟੀ ਉਪਾਈ। ਸਾਰਿਆਂ ਦੇ ਹਿਰਦਿਆਂ ਵਿੱਚ ਅਤੇ ਬਾਹਰ ਸੰਸਾਰ ਵਿੱਚ ਇੱਕੋ ਤੂੰ ਹੀ ਅਦਵੈਤ ਰੂਪ ਹੈ। ਤੂੰ ਆਪ ਹੀ ਅੰਡਜ ਜੀਰਜ ਸੇਤਜ ਉਤਪੁਜ ਖਾਣੀਆਂ ਵਾਲੀ ਉੱਤਮ ਮੱਧਮ ਕਨਿਸ਼ਟ ਭਾਵ ਬਹੁਤ ਬਿਧ ਪ੍ਰਕਾਰ ਦੀ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੈ। ਹੁਕਮੇ ਕਾਰ ਕਰਾਏ ਦਾ, ਦੂਜਾ ਕਿਸ ਕਹੀਐ ਭਾਈ। ਪਰਮੇਸ਼ਰ ਆਪਣੇ ਹੁਕਮ ਦੁਆਰਾ ਜਿਹੋ ਜਿਹੀ ਕਿਸੇ ਦੀ ਵਾਸ਼ਨਾ ਹੈ, ਉਸ ਅਨੁਸਾਰ ਸਾਰਿਆਂ ਤੋਂ ਕਾਰ ਕਹੀਏ ਕੰਮ ਕਰਾਏ ਦਾ ਕਰਾਉਂਦਾ ਹੈ। ਹੇ ਭਾਈ ਭਰਾਵੋ, ਦੂਜਾ ਦੂਸਰੇ ਹੋਰ ਕਿਸ ਦੇ ਅੱਗੇ ਜਾ ਕਰ ਕੇ ਕਹੀਏ। ਹੇ ਸੰਤਾਂ ਦੇ ਭਾਈ ਭਾਉਣੇ ਵਾਲੇ ਪਰਮੇਸ਼ਰ, ਤੁਹਾਡੇ ਬਿਨਾਂ ਦੂਜਾ ਕੌਣ ਹੈ? ਇਹ ਗੱਲ ਹੋਰ ਕਿਸ ਨੂੰ ਕਹੀਏ? ਭਾਵ ਹੈ ਪਰਮੇਸ਼ਰ ਅਧਿਕਾਰੀ ਦੁਰਲੱਭ ਹੈ। ਬੁੱਝਣਾ ਅਬੁੱਝਣਾ ਤੁਧ ਕੀਆ, ਇਹ ਤੇਰੀ ਸਿਰਕਾਰ। ਹੋਰ ਬੁੱਝਣਾ ਗਿਆਨਵਾਨ ਹੋਣਾ ਤੇ ਐੜਾ ਲੱਗ ਕੇ ਅਬੁੱਝਣਾ ਆਇਆ ਹੈ, ਭਾਵ ਅਗਿਆਨ ਦੇ ਸਹਿਤ ਹੋਣਾ। ਇਹ ਵੀ ਤੁਹਾਡਾ ਹੀ ਪੈਦਾ ਕੀਤਾ ਹੋਇਆ। ਬੁੱਝਣਾ ਸਮਝਣ ਵਾਲੇ ਗੁਰਮੁਖ ਵੀ ਤੂੰ ਹੀ ਬਣਾਏ ਹਨ, ਤੇ ਅਬੁੱਝਣਾ ਬੇਸਮਝੀ ਵਾਲੇ ਭਾਵ ਅਗਿਆਨੀ ਮਨਮੁਖ ਵੀ ਤੁਹਾਡੇ ਹੀ ਤਾਂ ਪੈਦਾ ਕੀਤੇ ਹੋਏ ਹਨ। ਇਹਨਾਂ ਸਾਰਿਆਂ ਦੇ ਸਿਰਕਾਰ ਸਿਰ ਉੱਤੇ ਤੇਰੀ ਹੁਕਮ ਰੂਪੀ ਕਾਰ ਹੈ। ਇਹ ਸਾਰੀ ਸ੍ਰਿਸ਼ਟੀ ਤੇਰੀ ਸਿਰਕਾਰ ਰਈਅਤ ਹੈ। ਇਕ ਨਾ ਬਖਸ਼ਹਿ ਮੇਲ ਲੈ, ਇਕ ਦਰਗਹਿ ਮਾਰ ਕੱਢੇ ਕੂੜਿਆਰ। ਇਕਨਾਂ ਦੇ ਔਗਣਾਂ ਨੂੰ ਬਖਸ਼ਹਿ ਮੁਆਫ ਕਰਕੇ ਆਪਣੇ ਸਰੂਪ ਨਾਲ ਮੇਲ ਲੈਂਦਾ ਹੈ, ਤੇ ਇੱਕ ਜਿਹੜੇ ਕੂੜਿਆਰ ਝੂਠੇ ਮਨਮੁਖ ਪੁਰਖ ਹਨ, ਉਹਨਾਂ ਨੂੰ ਦਰਬਾਰ ਵਿੱਚੋਂ ਮਾਰ ਕੇ ਬਾਹਰ ਕੱਢ ਦਿੰਦਾ ਹੈ, ਭਾਵ ਜੂਨਾਂ ਵਿੱਚ ਪਾਉਣਾ ਕਰਦਾ ਹੈ। ਇਕ ਧੁਰ ਪਵਿੱਤ ਪਾਵਨ ਹੈ, ਤੁਧ ਨਾਮੇ ਲਾਏ। ਇੱਕ ਮੁੱਢੋਂ ਹੀ ਤੇਰੇ ਪਵਿੱਤਰ ਨਾਮ ਨੂੰ ਜਪਣੇ ਕਰਕੇ ਮਨ ਬਾਣੀ ਸਰੀਰ ਕਰਕੇ ਪਾਵਨ ਪਵਿੱਤਰ ਹਨ, ਜਿਹੜੇ ਤੁਸੀਂ ਨਾਮ ਵਿੱਚ ਲਾਉਣਾ ਕੀਤੇ ਹਨ। ਗੁਰ ਸੇਵਾ ਤੇ ਸੁਖ ਊਪਜੈ, ਸੱਚੈ ਸ਼ਬਦ ਬੁਝਾਏ। ਹੇ ਪ੍ਰਭੂ, ਸਤਿਗੁਰਾਂ ਦੀ ਸੇਵਾ ਟਹਿਲ ਤੋਂ ਹੀ ਆਤਮਾ ਆਨੰਦ ਰੂਪੀ ਸੁਖ ਊਪਜੈ ਪੈਦਾ ਹੁੰਦਾ, ਤੇ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਤੂੰ ਆਪਣੇ ਸਰੂਪ ਨੂੰ ਬੁਝਾਏ ਸਮਝਾ ਦਿੰਦਾ ਹੈ। ਇਕ ਕੁਚਲ ਕੁਚੀਲ ਵਿਖਲੀ ਪਤੇ, ਨਾਵਹੁ ਆਪ ਖੁਆਏ। ਇੱਕ ਮਨਮੁਖ ਪੁਰਸ਼ ਸਰੀਰ ਕਰਕੇ ਕੁਚਲ ਖੋਟੀ ਚਾਲ ਵਾਲੇ ਬਦ ਚਲਨ, ਇੰਦਰੀਆਂ ਕਰਕੇ ਕੁਚੀਲ ਅਪਵਿੱਤਰ ਹਨ, ਅਤੇ ਵਿਖਲੀ ਪਤੇ ਵੇਸਵਾ ਦੇ ਪਤੀ ਦੀ ਨਿਆਈ ਹਨ। ਵਿਖ ਲੀਪਤੇ ਦੂਸਰਾ ਪਾਠ ਇਸ ਦਾ ਵੀ ਵਿਖ ਲੀਪਤੇ ਵੀ ਹੈ। ਹਰ ਵਕਤ ਉਹ ਵਿਖ ਵਿਸ਼ਿਆਂ ਵਿੱਚ ਲੀਪਤੇ ਲੁਭਾਏ ਮਾਨ ਰਹਿੰਦੇ ਹਨ, ਜਿਨ੍ਹਾਂ ਦੇ ਮਨਾਂ ਨੂੰ ਆਪ ਪਰਮੇਸ਼ਰ ਨੇ ਨਾਵੋ ਕਹੀਏ ਨਾਮ ਵੱਲੋਂ ਖੁਆਏ ਭੁਲਾਇਆ ਹੈ।
ਨਾ ਓਨ ਸਿੱਧ ਨਾ ਬੁੱਧ ਹੈ, ਨਾ ਸੰਜਮੀ ਫਿਰਹਿ ਉਤ ਵਤਾਏ। ਨਾਹੀ ਉਹਨਾਂ ਕੋਲ ਰਿੱਧੀਆਂ ਸਿੱਧੀਆਂ ਅਣਮਾ ਮਹਿਮਾ ਆਦਿ ਹਨ, ਨਾ ਹੀ ਸ਼ਾਸਤਰ ਗਿਆਨ ਦੀ ਬੁੱਧੀ ਹੈ, ਨਾ ਹੀ ਸੰਜਮੀ ਇੰਦਰੀਆਂ ਦਾ ਦਮਨ ਰੂਪ ਸਾਧਨ ਕਰਨ ਵਾਲੇ ਹਨ। ਉਹ ਤਾਂ ਉਤਵਤਾਏ ਅਵੈੜ ਤਾਈਆਂ ਵਿੱਚ ਤੁਰੇ ਫਿਰਦੇ ਹਨ। ਉਤਵਤਾਏ ਉਖੜੇ ਹੋਏ ਵਿਅਰਥ ਘੁੰਮਦੇ ਫਿਰਦੇ ਹਨ। ਉਤਵਤਾਏ ਅਵਹਿਤ ਕਰਮ ਭਾਵ ਸ਼ਾਸਤਰ ਤੋਂ ਉਲਟ ਨਿਖਿੱਧ ਕਰਮ ਕਰਦੇ ਤੁਰੇ ਫਿਰਦੇ ਹਨ। ਨਦਰ ਕਰੇ ਜਿਸੇ ਆਪਣੀ ਤਿਸਨੋ ਭਾਵਨੀ ਲਾਏ। ਹੇ ਮਹਾਰਾਜ, ਜਿਸ ਉੱਤੇ ਤੁਸੀਂ ਆਪਣੀ ਨਦਰ ਦ੍ਰਿਸ਼ਟੀ ਕਰ ਦਿੰਦੇ ਹੋ, ਤਿਸ ਕਹੀਏ ਉਸ ਨੂੰ ਆਪ ਸਾਧ ਸੰਗਤ ਦੇ ਨਾਲ ਭਾਵਨੀ ਸ਼ਰਧਾ ਲਾ ਦਿੰਦੇ ਹੋ। ਸਤ ਸੰਤੋਖ ਇਹ ਸੰਜਮੀ ਮਨ ਨਿਰਮਲ ਸ਼ਬਦ ਸੁਣਾਏ। ਅਤੇ ਜਿਸ ਨੂੰ ਗੁਰਾਂ ਦਾ ਸ਼ਬਦ ਉਪਦੇਸ਼ ਸੁਣਾਉਂਦੇ ਹੋ, ਉਸ ਦਾ ਮਨ ਹਿਰਦਾ ਨਿਰਮਲ ਉਜਲ ਹੋ ਜਾਂਦਾ ਹੈ ਅਤੇ ਉਸ ਨੂੰ ਸਤ ਸੰਤੋਖ ਸੰਜਮੀ ਇੰਦਰੀਆਂ ਦਾ ਦਮਨ ਆਦਿ ਇਹ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਹਨ। ਲੇਖਾ ਪੜ੍ਹ ਨਾ ਪਹੁੰਚੀਐ, ਕਥ ਕਹਿਣੈ ਅੰਤ ਨ ਪਾਏ। ਵੇਦਾਂਤ ਸ਼ਾਸਤਰ ਦੇ ਅੰਤਰੰਗ ਸਾਧਨ ਰੂਪ ਤੇ ਯੋਗ ਦੇ ਬਹਿਰੰਗ ਸਾਧਨਾ ਰੂਪ ਲੇਖਾ ਹਿਸਾਬ ਕਿਤਾਬ ਪੜ੍ਹ ਕੇ ਵੇਦਾਂ ਦੁਆਰਾ ਨਿਤ ਨਿਮਿਤ ਆਦਿ ਕਰਮਾਂ ਰੂਪ ਲੇਖਾ ਪੜ੍ਹ ਕੇ ਸਰੂਪ ਰੂਪੀ ਜਗ੍ਹਾ ਵਿੱਚ ਨਹੀਂ ਪਹੁੰਚ ਸਕੀਦਾ। ਕਥ ਕਥਨੀਆਂ ਦੇ ਤਾਈਂ ਕਹਿਣ ਵਾਲੇ ਹੋ ਕੇ ਵੀ ਉਸ ਪਰਮੇਸ਼ਰ ਦਾ ਅੰਤ ਨਹੀਂ ਪਾਇਆ ਜਾਂਦਾ। ਗੁਰ ਤੇ ਕੀਮਤ ਪਾਈ ਐ, ਸੱਚ ਸ਼ਬਦ ਸੋਝੀ ਪਾਏ। ਸਤਿਗੁਰੂ ਕਿਰਪਾ ਕਾਰੇ। ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਹੀ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਉਣਾ ਕਰੀਦਾ ਹੈ ਅਤੇ ਸੱਚੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਹੀ ਆਤਮਕ ਸਰੂਪ ਦੀ ਸੋਝੀ ਸਮਝ ਪਾਈ ਜਾਂਦੀ ਹੈ। ਇਹੋ ਮਨ ਦੇਹੀ ਸੋਧ ਤੂੰ, ਗੁਰ ਸ਼ਬਦ ਵਿਚਾਰ। ਸੱਚੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਕੇ ਤੂੰ ਇਸ ਮਨ ਹਿਰਦੇ ਅਤੇ ਦੇਹੀ ਸਰੀਰ ਨੂੰ ਵਿਸ਼ਿਆਂ ਵੱਲੋਂ ਸਾਫ਼ ਕਰ, ਭਾਵ ਸੋਧਣਾ ਕਰ, ਭਾਵ ਵਿਸ਼ਿਆਂ ਤੋਂ ਰਹਿਤ ਕਰ। ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਦੇਹੀ ਸਰੀਰ ਦੇ ਵਿੱਚ ਅੰਦਰ ਭਾਵ ਨਾਮ ਦਾ ਨਿਧਾਨ ਖਜ਼ਾਨਾ ਹੈ। ਜੇ ਸਤਿਗੁਰਾਂ ਦੇ ਨਾਲ ਅਪਾਰ ਪਾਰਾਵਾਰ ਤੋਂ ਰਹਿਤ ਹੇਤ ਪਿਆਰ ਕਰੀਏ ਤਾਂ ਇਹ ਦਾਤ ਪਾਈਦੀ ਹੈ। ਆਸਾ ਮਹੱਲਾ ਤੀਜਾ। ਸੱਚ ਰਤੀਆ ਸੁਹਾਗਣੀ, ਜਿਨ੍ਹਾਂ ਗੁਰ ਕੈ ਸ਼ਬਦ ਸੀਗਾਰ। ਜਿਨ੍ਹਾਂ ਨੇ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਸ਼ਿੰਗਾਰ ਬਣਾਇਆ ਹੈ, ਗੁਰ ਸ਼ਬਦ ਦੁਆਰਾ ਜਪ ਤਪ ਰੂਪੀ ਸ਼ਿੰਗਾਰ ਬਣਾਇਆ ਹੈ ਅਤੇ ਸੱਚੇ ਨਾਮ ਵਿੱਚ ਰੰਗੀਆਂ ਹੋਈਆਂ ਹਨ, ਉਹ ਮਹਾਤਮਾ ਰੂਪ ਸਖੀਆਂ ਸੁਹਾਗਣੀ ਕਹੀਏ ਸੁਹਾਗਵੰਤੀਆਂ ਹਨ। ਘਰ ਹੀ ਸੋ ਪਿਰ ਪਾਇਆ, ਸੱਚੈ ਸ਼ਬਦ ਵਿਚਾਰ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੀ ਵਿਚਾਰ ਕੀਤੀ ਹੈ, ਉਹਨਾਂ ਨੇ ਹਿਰਦੇ ਸਾਧ ਸੰਗਤ ਮਨੁੱਖਾ ਜਨਮ ਰੂਪੀ ਘਰ ਦੇ ਵਿੱਚੋਂ ਹੀ ਉਸ ਪਿਰ ਪਤੀ ਅਕਾਲ ਪੁਰਖ ਨੂੰ ਪਾਲਿਆ ਹੈ। ਅਵਗਣ ਗੁਣੀ ਬਖਸਾਇਆ, ਹਰਿ ਸਿਉ ਲਿਵ ਲਾਈ। ਜਿਨ੍ਹਾਂ ਨੇ ਗੁਰਾਂ ਦੁਆਰਾ ਗੁਣੀ ਪੁਰਖਾਂ ਨਾਲ ਮਿਲ ਕੇ ਅਵਗਣ ਕਹੀਏ ਔਗਣਾਂ ਨੂੰ ਬਖਸਾਇਆ, ਮਾਫ ਕਰ ਲਿਆ ਹੈ, ਭਾਵ ਔਗਣਾਂ ਨੂੰ ਛੱਡ ਕੇ ਸਤ ਸੰਤੋਖ ਆਦਿ ਸ਼ੁਭ ਗੁਣ ਧਾਰਨ ਕਰ ਲਏ ਹਨ, ਉਹਨਾਂ ਨੇ ਹਰੀ ਅਕਾਲ ਪੁਰਖ ਨਾਲ ਲਿਵ ਬਿਰਤੀ ਲਗਾਉਣਾ ਕੀਤੀ ਹੈ। ਹਰ ਵਰ ਪਾਇਆ ਕਾਮਣੀ, ਗੁਰ ਮੇਲ ਮਿਲਾਈ ਰਹਾਉ। ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਨਾਮ ਦੇ ਮੇਲ ਮਿਲਾਪ ਵਿੱਚ ਮਿਲਾਇਆ ਹੈ, ਜਿਨ੍ਹਾਂ ਨੂੰ ਪਰਮੇਸ਼ਰ ਨੇ ਪੂਰਬਲੇ ਕਰਮਾਂ ਦੇ ਪ੍ਰੇਰੇ ਹੋਏ ਨੇ ਗੁਰਾਂ ਦੇ ਮੇਲ ਵਿੱਚ ਮਿਲਾਇਆ ਹੈ, ਉਹਨਾਂ ਮਹਾਤਮਾ ਰੂਪ ਕਾਮਣੀ ਇਸਤਰੀਆਂ ਸਖੀਆਂ ਨੇ ਵਰ ਕਹੀਏ ਪਤੀ ਹਰੀ ਅਕਾਲ ਪੁਰਖ ਨੂੰ ਪਾਲਿਆ ਹੈ। ਅਭਾਸ ਬਿਰਤੀ ਵਾਲੀਆਂ ਸਖੀਆਂ ਨੇ ਸਾਖੀ ਚੇਤਨ ਨੂੰ ਪਾਲਿਆ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਇੱਕ ਪਿਰ ਹਦੂਰ ਨ ਜਾਣਨੀ, ਦੂਜੈ ਭਰਮ ਭੁਲਾਏ। ਇੱਕ ਮਨਮੁਖ ਇਸਤਰੀਆਂ ਪਿਰ ਪਤੀ ਅਕਾਲ ਪੁਰਖ ਨੂੰ
ਹਦੂਰ ਹਾਜ਼ਰ ਨਾਜ਼ਰ ਨਹੀਂ ਜਾਣਦੀਆਂ। ਉਹਨਾਂ ਨੇ ਦੂਜੇ ਦਵੈਤ ਭਾਵ ਅਰਥਾਤ ਦੇਵੀ ਦੇਵਤਿਆਂ ਦੇ ਭਰਮ ਵਿੱਚ ਆਪਣੀ ਬੁੱਧੀ ਭੁਲਾਈ ਹੋਈ ਆ। ਕਿਉ ਪਾਇਨ ਡੋਹਾਗਣੀ ਦੁਖੀ ਰਹਿਣ ਵਿਹਾਏ। ਇਸ ਲਈ ਉਹ ਡੁਹਾਗਣੀ ਛੁੱਟੜ ਮਨਮੁਖ ਰੂਪ ਇਸਤਰੀਆਂ ਕਿਵੇਂ ਪਤੀ ਪਰਮੇਸ਼ਰ ਨੂੰ ਪਾਇਨ ਪਾ ਸਕਦੀਆਂ, ਕਿਉਂਕਿ ਉਹਨਾਂ ਦੀ ਅਵਸਥਾ ਰੂਪੀ ਰਹਿਣ ਰਾਤ ਤਾਂ ਦੁੱਖਾਂ ਵਿੱਚ ਹੀ ਵਿਹਾਏ ਲੰਘਦੀ ਹੈ, ਪ੍ਰਤੀਤ ਹੁੰਦੀ ਹੈ। ਜਿਨ ਕੈ ਮਨ ਸੱਚ ਵਸਿਆ ਸੱਚੀ ਕਾਰ ਕਮਾਏ। ਜਿਨ੍ਹਾਂ ਦੇ ਮਨ ਹਿਰਦੇ ਵਿੱਚ ਸੱਚਾ ਵਾਹਿਗੁਰੂ ਵਸ ਗਿਆ ਹੈ, ਉਹ ਸੁਹਾਗਵੰਤੀਆਂ ਸੱਚੀ ਭਗਤੀ ਰੂਪ ਕਾਰ ਸੇਵਾ ਨੂੰ ਕਮਾਉਂਦੀਆਂ ਹਨ ਅਤੇ ਅਨਦਿਨ ਸੇਵਹਿ ਸਹਿਜ ਸਿਓ ਸੱਚੇ ਮਾਹੇ ਸਮਾਏ। ਅਨਦਿਨ ਰਾਤ ਦਿਨ ਹੀ ਸੁਤੇ ਸਿੱਧ ਨਿਰਯਤਨ ਸ਼ਾਂਤੀ ਦੇ ਸਹਿਤ ਪਰਮੇਸ਼ਰ ਦਾ ਸੇਵਹਿ ਚਿੰਤਨ ਸਿਮਰਨ ਕਰਕੇ ਸੱਚੇ ਦੇ ਮਾਹੇ ਵਿੱਚ ਸਮਾ ਜਾਂਦੀਆਂ ਹਨ, ਅਭੇਦ ਹੋ ਜਾਂਦੀਆਂ ਹਨ। ਦੁਹਾਗਣੀ ਭਰਮ ਭੁਲਾਈਆ ਕੂੜ ਬੋਲ ਬਿਖ ਖਾਹੇ। ਦੁਹਾਗਣੀ ਛੁੱਟੜ ਮਨਮੁਖ ਰੂਪ ਇਸਤਰੀਆਂ 5 ਪ੍ਰਕਾਰ ਦੇ ਭਰਮ ਭੁਲੇਖਿਆਂ ਵਿੱਚ ਭੁਲਾਈਆਂ ਹੋਈਆਂ ਹਨ, ਭਾਵ ਭੁੱਲਣ ਵਿੱਚ ਆ ਗਈਆਂ ਹਨ ਤੇ ਝੂਠੇ ਪਦਾਰਥਾਂ ਵਾਸਤੇ ਝੂਠੇ ਬੋਲ ਬਚਨ ਬੋਲਣ ਰੂਪ ਵਿਸ਼ਿਆਂ ਰੂਪ ਜ਼ਹਿਰ ਨੂੰ ਹੀ ਖਾਂਦੀਆਂ ਹਨ। ਫਿਰ ਨ ਜਾਣਨ ਆਪਣਾ ਸੁਣੀ ਸੇਜ ਦੁਖ ਪਾਹੇ। ਆਪਣੇ ਪਿਰ ਪਤੀ ਪਰਮੇਸ਼ਰ ਸਰਬ ਕੇ ਆਤਮਾ ਰੂਪ ਬ੍ਰਹਮ ਨੂੰ ਨਹੀਂ ਜਾਣਦੀਆਂ। ਉਹਨਾਂ ਦੀ ਅੰਤਹਿਕਰਨ ਰੂਪ ਸੇਜਾ ਪਤੀ ਪਰਮੇਸ਼ਰ ਦੇ ਸਾਖਿਆਤ ਹੋਣ ਤੋਂ ਬਿਨਾਂ ਸੁਣੀ ਕਹੀਏ ਖਾਲੀ ਹੈ, ਜਿਸ ਕਰਕੇ ਉਹ ਜੰਮਣ ਮਰਨ ਦਾ ਦੁੱਖ ਕਸ਼ਟ ਪਾਹੇ ਪਾਉਂਦੀਆਂ ਹਨ। ਸੱਚਾ ਸਾਹਿਬ ਏਕ ਹੈ ਮਤ ਮਨ ਭਰਮ ਭੁਲਾਹੇ। ਜਿਨ੍ਹਾਂ ਨੇ ਇੱਕੋ ਸੱਚੇ ਸਾਹਿਬ ਮਾਲਕ ਨੂੰ ਜਾਣਿਆ ਹੈ, ਉਹ ਆਪਣੇ ਮਨ ਨੂੰ ਸਿੱਖਿਆ ਦਿੰਦੀਆਂ ਹਨ ਕਿ ਮਤਾਂ ਭੁਲੇਖਿਆਂ ਵਿੱਚ ਭੁੱਲ ਸਾਰਿਆਂ ਦਾ ਇੱਕੋ ਪਤੀ ਪਰਮੇਸ਼ਰ ਵਾਹਿਗੁਰੂ ਆ। ਗੁਰ ਪੂਛ ਸੇਵਾ ਕਰਹਿ ਸੱਚ ਨਿਰਮਲ ਮਨ ਵਸਾਹੇ। ਜੇਕਰ ਸਤਿਗੁਰਾਂ ਤੋਂ ਪੁੱਛ ਕੇ ਪਤੀ ਪਰਮੇਸ਼ਰ ਵਾਹਿਗੁਰੂ ਦੀ ਸੇਵਾ ਟਹਿਲ ਭਗਤੀ ਕਰੀਏ ਤਾਂ ਫਿਰ ਨਿਰਮਲ ਮਲ ਮਾਇਆ ਤੋਂ ਰਹਿਤ ਉਜਲ ਸੱਚ ਸਰੂਪ ਵਿੱਚ ਪਤੀ ਪਰਮੇਸ਼ਰ ਆ ਕੇ ਹਿਰਦੇ ਵਿੱਚ ਵਸ ਜਾਂਦਾ। ਸੁਹਾਗਣੀ ਸਦਾ ਪਿਰ ਪਾਇਆ। ਸੁਹਾਗਣੀ ਸਦਾ ਪਿਰ ਪਾਇਆ ਹਉਮੈ ਆਪ ਗਵਾਏ। ਸੁਹਾਗਵੰਤੀਆਂ ਨੇ ਦੇਹ ਦੀ ਹਉਮੈ ਹੰਗਤਾ ਤੇ ਆਪਣੇ ਗੁਣਾਂ ਦੇ ਆਪਾ ਭਾਵ ਹੰਕਾਰ ਨੂੰ ਗਵਾ ਕੇ ਹਮੇਸ਼ਾ ਹੀ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਪਾਉਣਾ ਕੀਤਾ ਹੈ। ਫਿਰ ਸੇਤੀ ਅਨਦਿਨ ਗਹਿ ਰਹੀ ਸੱਚੀ ਸੇਜ ਸੁਖ ਪਾਏ। ਉਹ ਅਨਦਿਨ ਰਾਤ ਦਿਨ ਹੀ ਫਿਰ ਪਤੀ ਅਕਾਲ ਪੁਰਖ ਦੇ ਨਾਲ ਚਿੱਤ ਨੂੰ ਵਿਕਾਰਾਂ ਵੱਲੋਂ ਪਕੜ ਕੇ ਉਸ ਵਿੱਚ ਇਸਤਤ ਹੋ ਰਹੀਆਂ ਹਨ, ਗਹਿ ਗਚ ਹੋ ਕੇ ਅਭੇਦ ਹੋ ਰਹੀਆਂ ਹਨ। ਉਹ ਸੱਚੀ ਅੰਤਹਿਕਰਨ ਸ਼ਰਧਾ ਰੂਪੀ ਸੇਜਾ ਦੇ ਸੁਖ ਆਨੰਦ ਨੂੰ ਪਾਉਂਦੀਆਂ ਹਨ। ਮੇਰੀ ਕਰ ਗਏ ਪੱਲੇ ਕਿਛ ਨਾ ਪਾਏ। ਜਿਹੜੇ ਦੁਹਾਗਣ ਇਸਤਰੀ ਦੀ ਨਿਆਈ ਮਨਮੁਖ ਲੋਕ ਹਨ, ਉਹ ਮੇਰੀ ਜਰ ਮੇਰੀ ਜੋਰੂ ਭਾਵ ਮੇਰੀ ਕਰਦੇ ਸੰਸਾਰ ਤੋਂ ਚਲੇ ਗਏ ਹਨ। ਉਹਨਾਂ ਦੇ ਹਿਰਦੇ ਰੂਪੀ ਪੱਲੇ ਹੁੰਦਾ ਲੜ ਵਿੱਚ ਕੁਝ ਵੀ ਨਹੀਂ ਪੈਂਦਾ। ਮਹਿਲ ਨਾਹੀ ਡੋਹਾਗਣੀ ਅੰਤ ਗਈ ਪਛਤਾਏ। ਡੋਹਾਗਣੀ ਕਹੀਏ ਖੋਟੇ ਕਰਮਾਂ ਵਾਲੀਆਂ ਮਨਮੁਖ ਰੂਪ ਇਸਤਰੀਆਂ ਨੂੰ ਸੱਚ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਜਿਸ ਕਰਕੇ ਉਹ ਅੰਤ ਅਖੀਰ ਭਾਵ ਪਰਲੋਕ ਨੂੰ ਪਛਤਾਏ ਪਛਚਾਤਾਪ ਕਰਦੀਆਂ ਚਲੀਆਂ ਜਾਂਦੀਆਂ ਹਨ। ਸੋ ਪਿਰ ਮੇਰਾ ਏਕ ਹੈ ਏਕਸ ਸਿਉ ਲਿਵ ਲਾਏ। ਜੋ ਤਤ ਤੁੰਗ ਦਾ ਲਖ ਅਰਥ ਰੂਪ ਪਰੋਖ ਹੋ ਕੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੇ ਵੇਦ ਸ਼ਾਸਤਰਾਂ ਕਰਕੇ ਪ੍ਰਤਪਾਲਕ ਹੈ, ਉਹ ਮੇਰਾ ਇੱਕ ਅਦਵੈਤ ਰੂਪ ਪਿਰ ਪਤੀ ਪਰਮੇਸ਼ਰ ਹੀ ਹੈ। ਇਸ ਕਰਕੇ ਇਹ ਸਖੀ ਉਸ ਇੱਕ ਪਰਮੇਸ਼ਰ ਦੇ ਨਾਲ ਹੀ ਲਿਵ ਬਿਰਤੀ ਨੂੰ ਲਗਾਏ ਕਹੀਏ ਲਾਉਣਾ ਕਰ। ਨਾਨਕ ਜੇ ਸੁਖ ਲੋੜੈ ਕਾਮਣੀ ਹਰਿ ਕਾ ਨਾਮ ਮਨ ਵਸਾਏ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਚਾਹਵਾਨ ਜਗਿਆਸੂ ਰੂਪ ਕਾਮਣੀ ਇਸਤਰੀਏ ਸਖੀਏ, ਜੇਕਰ ਤੂੰ ਆਤਮਿਕ ਸੁਖ ਆਨੰਦ ਨੂੰ ਲੋੜਹਿ ਚਾਹੁੰਦੀ ਹੈ ਤਾਂ ਅਕਾਲ ਪੁਰਖ ਦਾ ਅੰਮ੍ਰਿਤ ਨਾਮ ਮਨ ਹਿਰਦੇ ਵਿੱਚ ਵਸਾਉਣਾ ਕਰ। ਆਸਾ ਮਹੱਲਾ ਤੀਜਾ। ਅੰਮ੍ਰਿਤ ਜਿਨਾ ਚਖਾਏ ਹੋਨ, ਰਸ ਆਇਆ ਸਹਿਜ ਸੁਭਾਏ। ਜਿਨ੍ਹਾਂ ਨੂੰ ਸਤਿਗੁਰਾਂ ਨੇ ਅੰਮ੍ਰਿਤ ਨਾਮ ਚਖਾਇਆ ਭਾਵ ਧਾਰਨ ਕਰਾਇਆ, ਉਹਨਾਂ ਨੂੰ ਅੰਮ੍ਰਿਤ ਨਾਮ ਦਾ ਰਸ ਸਵਾਦ ਆਇਆ ਹੈ ਅਤੇ ਸਹਿਜ ਸੁਭਾਏ ਸ਼ਾਂਤੀ ਸੁਭਾਅ ਦੀ ਪ੍ਰਾਪਤੀ ਹੋਈ ਹੈ। ਸੱਚਾ ਬੇਪਰਵਾਹ ਹੈ ਤਿਸਨੋ ਤਿਲ ਨ ਤਮਾਏ। ਉਹ ਸੱਚਾ ਪਰਮੇਸ਼ਰ ਵਾਹਿਗੁਰੂ ਬੇਪਰਵਾਹ ਕਹੀਏ, ਪ੍ਰਵਾਹ ਇੱਛਾ ਤੋਂ ਵੇ ਰਹਿਤ ਹੈ, ਭਾਵ ਉਸ ਨੂੰ, ਉਸ ਪਰਮੇਸ਼ਰ ਨੂੰ ਤਾਂ ਤਿਲ ਰੰਚਕ ਭਾਵ ਤਿਲ ਮਾਤਰ ਵੀ ਕਿਸੇ ਵੀ ਪਦਾਰਥ ਦੀ ਤਮਾਏ ਤਮਾ ਇੱਛਾ ਨਹੀਂ ਹੈ। ਉਸ ਨੂੰ ਤਿਲ ਜਿੰਨਾ ਵੀ ਤਮਾਏ ਤਮੋ ਗੁਣ ਨਹੀਂ ਹੈ, ਤਿਲ ਜਿੰਨਾ ਅਗਿਆਨ ਦਾ ਅੰਧੇਰਾ ਨਹੀਂ ਹੈ। ਅੰਮ੍ਰਿਤ ਸੱਚਾ ਵਰਸਦਾ ਗੁਰਮੁਖਾ ਮੁਖ ਪਾਏ। ਗੁਰੂ ਰੂਪ ਬਦਲ ਦੁਆਰਾ ਹੀ ਪਰਮੇਸ਼ਰ ਦੇ ਸੱਚੇ ਅੰਮ੍ਰਿਤ ਨਾਮ ਦਾ ਮੀਂਹ ਵਰਸਦਾ ਪੈਂਦਾ ਹੈ। ਸੱਚਾ ਗੁਰੂ ਅੰਮ੍ਰਿਤ ਰੂਪ ਉਪਦੇਸ਼ ਨੂੰ ਵਰਸਾਉਂਦਾ ਹੈ ਅਤੇ ਗੁਰਮੁਖਾਂ ਦੇ ਅੰਤਹਿਕਰਨ ਰੂਪੀ ਮੁਖ ਮੂੰਹ ਵਿੱਚ ਪਾਏ ਪਾਉਂਦਾ ਹੈ। ਮਨ ਸਦਾ ਹਰੀ ਆਵਲਾ, ਸਹਿਜੇ ਹਰ ਗੁਣ ਗਾਏ ਰਹਾਉ। ਜਿਹੜੇ ਗੁਰਮੁਖ ਜਨ ਸੁਤੇ ਸਿੱਧ ਹਰੀ ਅਕਾਲ ਪੁਰਖ ਦੀਆਂ ਗੁਣ ਸਿਫਤਾਂ ਨੂੰ ਗਾਉਂਦੇ ਹਨ, ਉਹਨਾਂ ਦਾ ਮਨ ਹਿਰਦਾ ਹਮੇਸ਼ਾ ਹੀ ਸ਼ੁਭ ਗੁਣਾਂ ਦੀ ਹਰੀਆਵਲਤਾ ਦੇ ਸਹਿਤ ਰਹਿੰਦਾ ਹੈ। ਰਹਾਉ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮਨਮੁਖ ਸਦਾ ਦੁਹਾਗਣੀ, ਦਰ ਖੜੀਆ ਬਿਲ ਲਾਹੇ। ਮਨਮੁਖ ਇਸਤਰੀਆਂ ਹਮੇਸ਼ਾ ਹੀ ਦੁਹਾਗਣੀ ਛੁੱਟੜ ਇਸਤਰੀਆਂ ਦੀ ਨਿਆਈ ਸੰਸਾਰ ਰੂਪੀ ਦਰਵਾਜ਼ੇ 'ਤੇ ਖੜੋਤੀਆਂ ਬਿਲ ਲਾਹੇ ਵਿਰਲਾਪ ਕਰਦੀਆਂ ਹਨ। ਜਮਾਂ ਦੇ ਦਰ ਜੂਨਾ ਰੂਪੀ ਦਰਵਾਜ਼ਿਆਂ ਵਿੱਚ ਦੇਵੀ ਦੇਵਤਿਆਂ ਦੇ ਬੂਹਿਆਂ ਅੱਗੇ ਖੜੀਆਂ ਵਿਰਲਾਪ ਕਰਦੀਆਂ ਹਨ। ਜਿਨ੍ਹਾਂ ਪਿਰਕਾ ਸਵਾਦ ਨ ਆਇਓ, ਜੋ ਧੁਰ ਲਿਖਿਆ ਸੋ ਕਮਾਹੇ। ਜਿਨ੍ਹਾਂ ਨੂੰ ਪਿਰ ਪਤੀ ਅਕਾਲ ਪੁਰਖ ਦੇ ਮਿਲਾਪ ਦਾ ਸਵਾਦ ਰਸ ਨਹੀਂ ਆਇਆ, ਉਹਨਾਂ ਦੇ ਜੋ ਧੁਰ ਮੁੱਢ ਤੋਂ ਕਰਮਾਂ ਅਨੁਸਾਰ ਮੱਥੇ 'ਤੇ ਲੇਖ ਲਿਖਿਆ ਹੋਇਆ, ਉਸ ਅਨੁਸਾਰ ਹੀ ਕਰਮ ਕਮਾਹੇ ਕਮਾਉਂਦੇ ਹਨ। ਗੁਰਮੁਖ ਬੀਜੇ ਸੱਚ ਜਮੈ, ਸੱਚ ਨਾਮ ਵਾਪਾਰ। ਗੁਰਮੁਖ ਜਨ ਸ਼ਰਧਾ ਕਰਕੇ ਗੁਰਾਂ ਤੋਂ ਸੱਚੇ ਨਾਮ ਨੂੰ ਹਿਰਦੇ ਰੂਪੀ ਧਰਤੀ ਵਿੱਚ ਸ਼ਰਵਨ ਕਰਨ ਰੂਪ ਬੀਜ ਬੀਜਦੇ ਹਨ। ਫਿਰ ਸੱਚੇ ਨਾਮ ਦਾ ਮੰਨਣ ਕਰਨ ਰੂਪ ਅੰਕੁਰ ਜਮੈ ਜੰਮਦਾ ਹੈ, ਸੱਚ ਦੀ ਪ੍ਰਾਪਤੀ ਰੂਪ ਫਲ ਜੰਮਦਾ ਹੈ। ਫਿਰ ਉਹ ਗੁਰਮੁਖ ਜਨ ਆਪ ਸੱਚੇ ਨਾਮ ਨੂੰ ਜਪਦੇ ਹਨ ਅਤੇ ਹੋਰਨਾਂ ਨੂੰ ਜਪਾਉਣ ਰੂਪ ਵਾਪਾਰ ਵਣਜ ਕਰਦੇ ਹਨ। ਜੋ ਇਤ ਲਾਹੈ ਲਾਇ ਅਨ, ਭਗਤੀ ਦੇ ਭੰਡਾਰ। ਜਿਹੜੇ ਮਹਾਰਾਜ ਨੇ ਇਸ ਲਾਹੈ ਲਾਭ ਵਿੱਚ ਲਾਉਣਾ ਕੀਤੇ ਹਨ, ਉਹਨਾਂ ਨੂੰ ਭਗਤੀ ਦੇ ਭੰਡਾਰ ਖਜ਼ਾਨੇ ਬਖਸ਼ ਦਿੱਤੇ ਹਨ। ਗੁਰਮੁਖ ਸਦਾ ਸੁਹਾਗਣੀ, ਭੈ ਭਗਤ ਸੀਗਾਰ। ਗੁਰਮੁਖ ਰੂਪ ਸੁਹਾਗਣੀ, ਸੁਹਾਗਣ ਇਸਤਰੀ ਹਮੇਸ਼ਾ ਹੀ ਭੈ ਡਰ ਦੇ ਸੰਯੁਕਤ ਹੋ ਕੇ ਪ੍ਰੇਮਾ ਭਗਤੀ ਰੂਪ ਸ਼ਿੰਗਾਰ ਕਰਦੀ ਹੈ ਅਤੇ ਅਨਦਿਨ ਰਾਵਹਿ ਪਿਰ ਆਪਣਾ, ਸੱਚ ਰੱਖੈ ਉਰ ਧਾਰ। ਅਨਦਿਨ ਰਾਤ ਦਿਨ ਹੀ ਆਪਣੇ ਪਿਰ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵਹਿ ਮਾਣਦੀ ਹੈ ਅਤੇ ਸੱਚੇ ਨਾਮ ਨੂੰ ਹਿਰਦੇ ਵਿੱਚ ਧਾਰਨ ਕਰਕੇ ਵਸਾ ਕੇ ਰੱਖਦੀ ਹੈ। ਜਿਨ੍ਹਾਂ ਪਿਰ ਰਾਵਿਆ ਆਪਣਾ, ਤਿਨਾ ਵਿਟਹੋ ਬਲ ਜਾਓ। ਜਿਨ੍ਹਾਂ ਨੇ ਆਪਣੇ ਪਿਰ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਾਵਿਆ ਮਾਣਿਆ ਹੈ, ਭਾਵ ਹਰ ਵਕਤ ਸਰੂਪ ਦਾ ਆਨੰਦ ਬਣਿਆ ਰਹਿੰਦਾ ਹੈ, ਉਹਨਾਂ ਦੇ ਵਿਟਹੋਂ ਉੱਪਰੋਂ ਬਲਹਾਰ ਕਹੀਏ ਬਲਹਾਰ ਜਾਈਏ। ਸਦਾ ਪਿਰ ਕੈ ਸੰਗ ਰਹਿ, ਵਿੱਚੋ ਆਪ ਗਵਾਏ। ਕਿਉਂਕਿ ਉਹ ਗੁਰਮੁਖ ਰੂਪ ਸੁਹਾਗਣ ਇਸਤਰੀ ਆਪਣੇ ਅੰਦਰੋਂ ਆਪਾ ਭਾਵ ਗਵਾ ਕੇ ਹਮੇਸ਼ਾ ਹੀ ਪਿਰ ਪਤੀ ਅਕਾਲ ਪੁਰਖ ਦੇ ਨਾਲ ਬਿਰਤੀ ਜੋੜ ਕੇ ਰਹਿੰਦੀ ਹੈ। ਤਨ ਮਨ ਸੀਤਲ ਮੁਖ ਉਜਲੇ, ਪਿਰ ਕੈ ਭਾਏ ਪਿਆਰ।
ਉਸ ਤਨ ਸਰੀਰ ਤੇ ਮਨ ਹਿਰਦਾ ਸੀਤਲ ਠੰਡਾ ਹੋ ਗਿਆ ਅਤੇ ਮੁਖ ਮੁਖੜਾ ਵੀ ਲੋਕ ਪ੍ਰਲੋਕ ਵਿੱਚ ਜਸ ਰੂਪ ਉਜਾਲੇ ਵਾਲਾ ਹੋਇਆ, ਜੋ ਪਿਰ ਪਤੀ ਦੇ ਭਾਏ ਪ੍ਰੇਮ ਤੇ ਪਿਆਰ ਵਿੱਚ ਰੰਗੀ ਹੋਈ ਆ। ਪਤੀ ਪਰਮੇਸ਼ਰ ਦੇ ਭਾਏ ਅਨੁਸਾਰ ਪ੍ਰੇਮ ਰੰਗ ਵਿੱਚ ਰੰਗੀ ਹੋਈ ਆ। ਸੇਜ ਸੁਖਾਲੀ ਪਿਰ ਰਵੈ ਹਉਮੈ ਤ੍ਰਿਸ਼ਨਾ ਮਾਰ। ਉਹ ਦੇਹ ਦੀ ਹਉਮੈ ਹੰਗਤਾ ਰਸਾਂ ਕਸਾਂ ਦੀ ਤ੍ਰਿਸ਼ਨਾ ਅਤੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਮਾਰ ਕੇ ਭਾਵ ਨਿਵਿਰਤ ਕਰਕੇ ਅੰਤਹਿਕਰਨ ਰੂਪੀ ਸੁੱਖਾਂ ਵਾਲੀ ਸੇਜਾ ਉਤੇ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਰਵੈ ਮਾਣਦੀ ਹੈ। ਕਰ ਕਿਰਪਾ ਕਰ ਆਇਆ ਗੁਰ ਕੈ ਹੇਤ ਅਪਾਰ। ਜਿਸ ਨੇ ਸਤਿਗੁਰੂ ਸਾਹਿਬ ਜੀ ਦੇ ਨਾਲ ਅਪਾਰ ਬਹੁਤ ਭਾਵ ਪਾਰਾਵਾਰ ਤੋਂ ਰਹਿਤ ਹੇਤ ਪ੍ਰੇਮ ਕੀਤਾ ਹੈ, ਉਸ ਤੇ ਕਿਰਪਾ ਦ੍ਰਿਸ਼ਟੀ ਕਰਕੇ ਘਰ ਹਿਰਦੇ ਵਿੱਚ ਆ ਕੇ ਪਤੀ ਪਰਮੇਸ਼ਰ ਸਾਖਿਆਤਕਾਰ ਹੋ ਗਿਆ ਹੈ। ਵਰ ਪਾਇਆ ਸੁਹਾਗਣੀ ਕੇਵਲ ਏਕ ਮੁਰਾਰ। ਉਸ ਗੁਰਮੁਖ ਰੂਪ ਸੁਹਾਗਣੀ ਸੁਹਾਗਣ ਇਸਤਰੀ ਨੇ ਵਰ ਪਤੀ ਅਕਾਲ ਪੁਰਖ ਦੇ ਆਨੰਦ ਨੂੰ ਪਾ ਲਿਆ ਹੈ, ਜੋ ਕੇਵਲ ਸਿਰਫ ਇੱਕੋ ਇੱਕ ਹੀ ਮੁਰਾਰ ਮੁਰ ਆਰ ਮੁਰ ਦੈਂਤ ਦਾ ਆਰ ਦੁਸ਼ਮਣ ਪਰਮੇਸ਼ਰ ਹੈ, ਜੋ ਚੇਤਨ ਬਿਰਤੀ ਅਰੂੜ ਕੇ ਮੋਹ ਹੰਕਾਰ ਆਦਿਕਾਂ ਦਾ ਵੈਰੀ ਹੈ। ਸਭੇ ਗੁਨਹਿ ਬਖਸਾਏ ਲਇਓਨ ਮੇਲੇ ਮੇਲਣ ਹਾਰ। ਉਸਨੇ ਆਪਣੇ ਸਭੇ ਕਈਏ ਸਾਰੇ ਪਾਪ ਗੁਨਾਹ ਨਾਮ ਜਪ ਕੇ ਪਤੀ ਪਰਮੇਸ਼ਰ ਤੋਂ ਬਖਸ਼ਵਾ ਲਏ, ਮਾਫ ਕਰਾ ਲਏ ਅਤੇ ਮੇਲਣਹਾਰ ਗੁਰਾਂ ਨੇ ਉਸ ਨੂੰ ਸੱਚ ਸਰੂਪ ਵਿੱਚ ਮੇਲ ਦਿੱਤਾ ਹੈ। ਨਾਨਕ ਆਖਣ ਆਖੀਐ ਜੇ ਸੁਣ ਧਰੇ ਪਿਆਰ। ਹਾਂ, ਸਤਿਗੁਰੂ ਜੀ ਕਥਨ ਕਰਦੇ ਹਨ ਕਿ ਐਸੀ ਆਖਣ ਕਥਨ ਕਰਨ ਵਾਲੀ ਗੁਰਮੁਖ ਰੂਪ ਇਸਤਰੀ ਨਾਲ ਮਿਲ ਕੇ ਪਤੀ ਪਰਮੇਸ਼ਰ ਦੇ ਜਸ ਨੂੰ ਆਖੀਐ ਕਹੀਏ, ਅਖਾਣਾ ਦੁਆਰਾ ਮੁਖ ਦੁਆਰਾ ਪਰਮੇਸ਼ਰ ਦੇ ਜਸ ਨੂੰ ਆਖੀਐ ਕਹੀਏ ਭਾਵ ਕਹੀਏ, ਐਸੀ ਬੇਨਤੀ ਕਰੀਏ ਜੇ ਭਾਵ ਜੋ ਸੁਣ ਕੇ ਪਰਮੇਸ਼ਰ ਸਾਡੇ ਨਾਲ ਪਿਆਰ ਪ੍ਰੇਮ ਧਰੇ ਧਾਰ ਲਵੇ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।